परम सन्मानयोग सत्कारयोग गुरु सवारी गुरु प्यारी गुरु का खास रूप खालसा साध संगत जीओ। सतगुरां दी अत्यंत बख्शिश दे सदका सरबत माई भाई गुर सिख संगतां मिल जुल के ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਪੜ੍ਹਦੇ ਸੁਣਦੇ ਅੰਮ੍ਰਿਤ ਕੇ ਦਾਤੇ ਸਤਿਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਦੀ ਗੋਦ ਦਾ ਆਨੰਦ ਮਾਣਦੇ ਹੋਏ ਆ ਰਹੇ ਹਾਂ। ਮਹਾਰਾਜ ਸਾਡੇ ਜੀਵਾਂ ਤੇ ਤਰੁੱਠ ਕਰਕੇ ਸਾਨੂੰ ਸਮਝਾਉਣ ਦੀ ਖਾਤਰ ਜੋ ਨਿਰਗੁਣ ਸਰੂਪ ਅੰਦਰ ਬਚਨ ਕਹੇ ਸਨ ਲੋਕਾਈ ਦੇ ਭਲਾ ਕੁਨ ਉਹ ਦਿਆਲੂ ਕਿਰਪਾਲੂ ਪ੍ਰਭੂ ਜੀ ਨੇ ਸਰਗੁਣਤਾ ਦੇ ਵਿੱਚ ਆ ਕਰਕੇ ਭਗਤਾਂ ਰੂਪ ਗੁਰਸਿੱਖਾਂ ਰੂਪ ਅੰਦਰ ਸੰਸਾਰ ਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚੱਲ ਰਹੇ ਲੜੀਵਾਰ ਕਥਾ ਦੇ ਦੁਆਰਾ ਮਹਾਰਾਜ ਜੀ ਦੇ 1376 ਅੰਗ ਤੋਂ ਇਹ ਪਾਵਨ ਬਚਨ ਭਗਤ ਬਾਬਾ ਕਬੀਰ ਸਾਹਿਬ ਜੀ ਦੀ ਜੋ ਰਸਨਾ ਦੇ ਦੁਆਰਾ ਸੰਸਾਰ ਨੂੰ ਪ੍ਰਦਾਨ ਹੋ ਰਹੇ ਨੇ ਬਖਸ਼ਿਸ਼ ਕਰ ਰਹੇ ਨੇ ਉਹ ਉਹਨਾਂ ਦੀ ਆਰੰਭਤਾ ਹੁੰਦੀ ਹੈ। ਮਹਾਰਾਜ ਚੱਲ ਰਹੇ ਇਹ ਪਾਵਨ ਪਵਿੱਤਰ ਸ਼ਲੋਕਾਂ ਦੀ ਲੜੀਵਾਰ ਕਥਾ ਦੇ ਦੁਆਰਾ ਸੰਸਾਰ ਦੇ ਜੀਵਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ। ਜਦੋਂ ਮਨੁੱਖ ਨੂੰ ਇਹ ਪਤਾ ਲੱਗ ਜਾਏ ਮੇਰੀ ਮੰਜ਼ਿਲ ਆ ਗਈ ਆ, ਥੋੜਾ ਸਮਾਂ ਰਹਿ ਗਿਆ ਹੈ, ਸਫ਼ਰ ਮੇਰਾ ਮੁੱਕ ਜਾਣਾ ਹੈ, ਮੈਂ ਸਫ਼ਰ ਚੋਂ ਔਰ ਟਿਕਾਊ ਵਿੱਚ ਚਲੇ ਜਾਣਾ ਹੈ ਤੇ ਮੰਜ਼ਿਲ ਆਉਣ ਤੇ ਸਫ਼ਰ ਮੁੱਕ ਜਾਣ ਤੇ ਕੁਝਨਾਂ ਦੇ ਮਨ ਵਿੱਚ ਗਮਗੀਨਤਾ ਛਾ ਜਾਂਦੀ ਏ। ਕੁਝਨਾਂ ਦੇ ਮਨ ਅੰਦਰ ਜਿਹੜਾ ਹੈ ਉਹ ਬੜੇ ਹਾਲੇਮੀ ਦੇ ਨਾਲ ਹਿਰਦੇ ਦੇ ਅੰਦਰ ਖੁਸ਼ੀ ਆ ਜਾਂਦੀ। ਕੁਝ ਨੂੰ ਮੰਜ਼ਿਲ ਮੁਕਾਉਣ ਦਾ ਸਫ਼ਰ ਮੁਕਾਉਣ ਦਾ ਮਨ ਵਿੱਚ ਉਮਾਹੜਾ ਆਉਂਦਾ ਹੈ, ਚਾਅ ਚੜ੍ਹ ਜਾਂਦਾ ਹੈ ਤੇ ਕੁਝ ਐਸੇ ਜਿਹੜੇ ਨੇ ਉਹ ਘਬਰਾ ਜਾਂਦੇ ਨੇ। ਵਾਵਾ ਤੁਰੇ ਜਾਨੇ ਸਾਂ, ਵਾਵਾ ਇੱਥੇ ਰੰਗ ਮਾਣਦੇ ਪਏ ਸਾਂ, ਹੁਣ ਇੱਥੋਂ ਜਿਹੜੀ ਇਹ ਮੰਜ਼ਿਲ ਮੁੱਕ ਚੱਲੀ ਆ, ਹੁਣ ਸਫ਼ਰ ਮੁੱਕ ਚੱਲੇ ਹੈ, ਪਰਤ ਕੇ ਇਹਨਾਂ ਜੀਵਾਂ ਦੇ ਨਾਲ ਮਿਲਾਪ ਨਹੀਂ ਹੋਣਾ। ਉਹ ਗਮਗੀਨਤਾ ਵਿੱਚ ਗਏ। ਜਿਹੜੇ ਗਮਗੀਨਤਾ ਵਿੱਚ ਗਏ ਉਹ ਸੰਸਾਰੀ ਕਹਿਲਾਏ ਤੇ ਜਿਨ੍ਹਾਂ ਦੇ ਮਨ ਅੰਦਰ ਉਤਸ਼ਾਹ ਜਾਗਿਆ, ਚਾਉ ਉੱਠਿਆ ਇਸ ਮੰਜ਼ਿਲ ਨੂੰ ਪਾਉਣ ਕਰਕੇ, ਇਸ ਸਫ਼ਰ ਨੂੰ ਮੁਕਾਉਣ ਕਰਕੇ ਮਨ ਅੰਦਰ ਚਾਉ ਉਪਜਿਆ, ਉਹ ਨਿਰੰਕਾਰ ਦੇ ਪਿਆਰੇ ਕਹਿਲਾਏ। ਉਹਨਾਂ ਨੇ ਆਵਾਜ਼ ਦੇ ਕੇ ਵੀ ਇਹ ਕਿਹਾ ਕਿ ਮੇਰੇ ਮਨ ਵਿੱਚ ਚਾਅ ਹੈ, ਸਫ਼ਰ ਮੁੱਕ ਚੱਲਿਆ ਤੇ ਮਹਾਰਾਜ ਕਬੀਰ ਸਾਹਿਬ ਨੇ ਵੀ ਇਹ ਬਚਨ ਕਹੇ। ਕਹਿਣ ਲੱਗੇ ਕਬੀਰ ਜਿਸ ਮਰਨੇ ਤੇ ਜਗ ਡਰੇ ਸੰਸਾਰ ਡਰਦਾ।
ਮੰਜ਼ਿਲ ਆ ਗਈ ਸਫ਼ਰ ਮੁੱਕ ਨਾ ਜਾਵੇ। ਹੱਦ ਹੋ ਗਈ। ਐਸਾ ਕਿਹੜਾ ਮੁਸਾਫਰ ਏ ਜਿਹੜਾ ਕਹੇ ਬਈ ਮੈਂ ਸਾਰੀ ਜ਼ਿੰਦਗੀ ਰੇਲ 'ਤੇ ਹੀ ਤੁਰਿਆ ਫਿਰਾਂ, ਗੱਡੀਆਂ ਮੋਟਰਾਂ 'ਤੇ ਤੁਰਿਆ ਫਿਰਾਂ, ਮੈਂ ਕਦੇ ਘਰ ਦੇ ਵਿੱਚ ਜਾਵਾਂ ਹੀ ਨਾ, ਕਦੇ ਟੇਕ ਕੇ ਬੈਠਾ ਹੀ ਨਾ, ਰਾਤ ਵੀ ਤੁਰਿਆ ਫਿਰਾਂ, ਦਿਨੇ ਵੀ ਤੁਰਿਆ ਫਿਰਾਂ, ਮੰਜ਼ਿਲ ਮੇਰੀ ਕੋਈ ਹੋਵੇ ਹੀ ਨਾ, ਸਫ਼ਰ ਮੁੱਕੇ ਹੀ ਨਾ। ਉਹਨੂੰ ਆਪਾਂ ਸੰਸਾਰ ਦੇ ਜੀਵ ਕਿੰਨਾ ਕੁ ਸਿਆਣਾ ਕਹਾਂਗੇ, ਇਹਨੂੰ ਸਮਝ ਲੈਣਾ। ਪਰ ਸਫ਼ਰ ਇਸ ਲਈ ਕੀਤਾ ਜਾਂਦਾ ਹੈ ਮੰਜ਼ਿਲ 'ਤੇ ਪਹੁੰਚਣ ਵਾਸਤੇ। ਇਸ ਕਰਕੇ ਸਫ਼ਰ ਨਹੀਂ ਕੀਤਾ ਜਾਂਦਾ ਕਿ ਮੈਂ ਸਫ਼ਰ ਵਿੱਚ ਨਾ, ਕੋਈ 4 ਦਿਨ ਬੰਦਾ ਸਫ਼ਰ ਕਰ ਲਵੇ ਨਾ, ਅੱਕ ਜਾਂਦਾ ਹੈ, ਥੱਕ ਜਾਂਦਾ ਹੈ, ਹੱਦ ਹੋ ਗਈ, ਬੜਾ ਸਫ਼ਰ ਕੀਤਾ, ਕਾਇਆ ਅੱਕ ਗਈ, ਮਨ ਥੱਕ ਗਿਆ, ਸਰੀਰ ਥੱਕ ਗਿਆ, ਮੁੜ ਕੇ ਕੋਈ ਮਜਬੂਰੀ ਹੋਵੇ ਤੇ ਭਾਵੇਂ ਜਾਣਾ ਪਵੇ, ਨਹੀਂ ਤੇ ਕੰਨਾਂ ਨੂੰ ਹੱਥ ਲਾ ਲੈਂਦਾ, ਦੁਹਾਈ ਰੱਬ ਦੀ ਇੰਨਾ ਸਫ਼ਰ। ਮਹਾਰਾਜ ਮਿਹਰ ਕਰਦੇ, ਕੁਝ ਮਨੁੱਖ ਅਗਿਆਨਤਾ ਦੇ ਕਾਰਨ ਸਫ਼ਰ ਵਿੱਚ ਰਹਿਣਾ ਚਾਹੁੰਦੇ ਨੇ। ਕੁਝ ਮਨੁੱਖ ਜਿਨ੍ਹਾਂ ਨੂੰ ਪਤਾ ਲੱਗ ਗਿਆ ਇੰਨਾ ਲੰਬਾ ਸਫ਼ਰ, ਇੰਨੇ ਸਾਲਾਂ ਦੇ ਤੁਰੇ ਹੋਏ ਆ, ਇੰਨੇ ਸਾਲਾਂ ਦੇ ਪੰਧੀ ਕੀਤੇ ਜਾਂਦੇ ਆ, ਮੰਜ਼ਿਲ 'ਤੇ ਪਹੁੰਚੇ ਹੀ ਕੋਈ ਨਹੀਂ। ਕੋਈ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਫ਼ਰ ਕਰੇ, ਕਰਦਿਆਂ ਕਰਦਿਆਂ ਦੀ ਮੰਜ਼ਿਲ ਨਾ ਆਵੇ ਤੇ ਮੱਥੇ ਨੂੰ ਹੱਥ ਮਾਰਦਾ, ਤਰਕਾਲਾਂ ਪੈ ਗਈਆਂ, ਪਤਾ ਨਹੀਂ ਕਦੋਂ ਅਗਲਾ ਸਿਰਾ ਆਉਣਾ, ਜਿੱਥੇ ਜਾ ਕੇ ਰੁਕਣਾ ਹੈ। ਕਈ ਆਦਮੀ 2-2 3-3 ਦਿਨ ਸਫ਼ਰ ਕਰਦੇ ਨੇ ਤੇ ਉਹ ਵੀ ਅੱਕ ਜਾਂਦੇ ਨੇ, ਇੰਨਾ ਜ਼ਿਆਦਾ ਸਫ਼ਰ। ਜਿਹੜੇ ਬੰਦੇ ਨੇ ਸਾਲਾਂ ਬੱਧੀ ਸਫ਼ਰ ਕਰ ਰਿਹਾ, ਕਈ ਸਾਲ ਹੋ ਗਏ, ਕਿਸੇ ਨੂੰ 25 ਸਾਲ ਹੋ ਗਏ, ਕਿਸੇ ਨੂੰ 75 ਸਾਲ ਹੋ ਗਏ, ਕਿਸੇ ਨੂੰ 100 ਸਾਲ ਹੋ ਗਏ ਸਫ਼ਰ ਕਰਦੇ ਨੂੰ, ਹੱਦ ਹੋ ਗਈ। ਇਹ ਸਫ਼ਰ ਤੋਂ ਅੱਕਦਾ ਹੀ ਨਹੀਂ, ਕਦੇ ਨਹੀਂ ਕਹਿੰਦਾ। ਦੂਜੇ ਤਾਂ ਕਹੀ ਜਾਂਦੇ ਨੇ ਬਈ ਇਹਦਾ ਇਸ ਸਫ਼ਰ 'ਚੋਂ ਖਹਿੜਾ ਛੁੱਟ ਜਾਵੇ, ਕਰ ਦਿਓ ਕੋਈ ਅਰਦਾਸ, ਕਰ ਦਿਓ ਕੋਈ ਬੇਨਤੀ, ਸੁਣਾ ਦਿਓ ਕੋਈ ਇਹਨੂੰ ਪਾਠ, ਪਰ ਉਹ ਸਫ਼ਰ 'ਚੋਂ ਖਹਿੜਾ ਛਡਾਉਣ ਨੂੰ ਤਿਆਰ ਨਹੀਂ ਹੁੰਦਾ। ਮਹਾਰਾਜ ਕਹਿੰਦੇ ਉਹ ਡਰਦੇ, ਅਗਿਆਨਤਾ ਦੇ ਵਿੱਚ ਫਸੇ। ਜਿਨ੍ਹਾਂ ਨੂੰ ਗਿਆਨ ਆਇਆ ਬਈ ਸਫ਼ਰ ਇਸ ਲਈ ਕਰਨਾ ਹੈ ਕਿ ਮੰਜ਼ਿਲ 'ਤੇ ਪਹੁੰਚ ਜਾਈਏ, ਕੁਝ ਸਫ਼ਰ ਕਰਦੇ ਨੇ ਮੰਜ਼ਿਲ ਤੋਂ ਡਰਦੇ, ਮੰਜ਼ਿਲ 'ਤੇ ਨਾ ਪਹੁੰਚੀਏ, ਪਿੱਛੇ ਘੁੰਮਣ ਘੇਰੀਆਂ 'ਚ ਰਹੀਏ, ਉਹ ਸੰਸਾਰ ਦੇ ਚੱਕਰਾਂ ਵਿੱਚ ਰਹਿੰਦੇ ਨੇ। ਕੁਝ ਮੰਜ਼ਿਲ 'ਤੇ ਪਹੁੰਚਣ ਵਾਸਤੇ ਸਫ਼ਰ ਕਰਦੇ ਨੇ। ਉਹ ਮਹਾਰਾਜ ਕਬੀਰ ਸਾਹਿਬ ਵਰਗੇ ਭਗਤ ਜਨ, ਗੁਰਸਿੱਖ ਜਨ, ਸੰਤ ਜਨ, ਸਾਧੂ ਜਨ, ਆਰਾਧਨਾ ਕਰਨ ਵਾਲੇ ਜਨ ਨੇ। ਤੇ ਮਹਾਰਾਜ ਕਬੀਰ ਸਾਹਿਬ ਕਹਿੰਦੇ, ਜਿਹਦੇ ਤੋਂ ਸੰਸਾਰ ਡਰਦਾ ਹੈ, ਔਰ ਕਬੀਰ ਮੈਂ ਮਰਨੇ ਕਾ ਚਾਉ ਹੈ, ਔਰ ਮਨ ਅੰਦਰ ਚਾਹ, ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਚਾਹ ਚੜਿਆ ਰੱਬ ਨੂੰ ਪਾਉਣਾ ਹੈ, ਇਹ ਸਫ਼ਰ ਨੂੰ ਕੱਟਣਾ ਹੈ, ਬ੍ਰਹਮ ਵਿੱਚ ਲੀਨ ਹੋਣਾ ਹੈ, ਟਿਕਾਓ ਲੈਣਾ ਹੈ। ਨਿਤਨੇਮ ਬਾਣੀ ਪੜ੍ਹਨੀ, ਸਿਮਰਨ ਕਰਨਾ ਇਸ ਲਈ ਨਹੀਂ ਕਿ ਮੈਂ 84 ਦਾ ਚੱਕਰ ਕੱਟਦਾ ਰਹਾਂ, ਦੁਨੀਆ ਦੇ ਆਵਾਗਮਨ ਵਿੱਚ ਪਿਆ ਰਹਾਂ, ਇਸ ਲਈ ਨਹੀਂ। ਇਸ ਲਈ ਬਾਣੀ ਪੜ੍ਹਨੀ ਆ, ਸੇਵਾ ਕਰਨੀ ਆ, ਸਿਮਰਨ ਕਰਨਾ ਹੈ ਕਿ ਸਾਰਾ ਕੁਛ ਆਵਾਗਮਨ ਕੱਟਿਆ ਜਾਏ, ਦੁੱਖ ਕੱਟੇ ਜਾਣ, ਦਰਦ ਕੱਟੇ ਜਾਣ, ਆਵਾਗਮਨ ਕੱਟਿਆ ਜਾਏ, ਜੰਮਣ ਮਰਨਾ ਕੱਟਿਆ ਜਾਏ। ਇਸ ਲਈ ਜਿਹੜਾ ਆ ਸਿਮਰਨ ਕਰਨਾ ਹੈ, ਸੇਵਾ ਕਰਨੀ ਹੈ, ਨਿਤਨੇਮ ਕਰਨਾ ਹੈ, ਬਾਣੀ ਪੜ੍ਹਨੀ ਹੈ, ਸੁਣਨੀ ਹੈ, ਇਸ ਲਈ ਨਹੀਂ ਕਿ ਮੈਂ ਇਸੇ ਦੇ ਵਿੱਚ ਹੀ ਤੁਰਿਆ ਫਿਰਾਂ। ਜਿਹੜਾ ਇਹ ਅਰਦਾਸ ਕਰੇ ਕਿ ਮਹਾਰਾਜ ਮੇਰਾ ਜੰਮਣ ਮਰਨਾ ਨਾ ਕੱਟਿਆ ਜਾਏ, ਮੈਂ ਇਸੇ ਚੱਕਰ 'ਚ ਨਾ, ਮਹਾਰਾਜ ਮੇਰੇ ਦੁੱਖ ਨਾ ਕੱਟੇ ਜਾਣ, ਮੈਨੂੰ ਦੁੱਖ ਹੀ ਰਹਿਣ, ਮੈਂ ਵਿਲਕਦਾ ਰਹਾਂ, ਤੇ ਆਪਾਂ ਉਹਨੂੰ ਕੀ ਕਹਾਂਗੇ ਬਈ ਬੜਾ ਸਿਆਣਾ ਹੈ ਆਦਮੀ ਹੈ। ਇਹੋ ਹਾਲਾਤ ਸੰਗਤ ਜੀ ਬਹੁਤਾਤ ਅੰਦਰ ਸਾਡੇ ਨੇ। ਅਸੀਂ ਇਸ 84 ਦੇ ਚੱਕਰ 'ਚੋਂ ਨਿਕਲਣਾ ਨਹੀਂ ਚਾਹੁੰਦੇ, ਤਨ ਨੂੰ ਤਿਆਗਣਾ ਨਹੀਂ ਚਾਹੁੰਦੇ, ਇਹਦੇ ਵਿੱਚ ਦੁੱਖ ਭੋਗਣਾ ਚਾਹੁੰਦੇ ਹਾਂ।
महाराज साहब कहते इस वहीकल नूं छड्ड नवां मिलेगा, नवां मिलेगा। जिंदगी च शरीर लई वहीकल पता नहीं किन्नियां साइकिल बदलियां ने, किन्ने मोटरसाइकिल बदले ने, स्कूटर बदले ने, ते किन्नियां मोटर कारां बदलियां ने। और नवीं तो नवीं ते चढ़दे आ, हद हो गई। आत्मा नूं इक्के ते चढ़ाई रखिया, इहनूं नहीं छड्डना चाहते। ये भी नवें साधन ते सफर करना चाहता है। महाराज मेहर करदे ने, उन्हां दी कहावत है, उन्हां दी गल है, उन्हां दी बात है जिन्हां ने सफर नूं त्यागना चाहया है, साधन नूं त्यागना चाहया है। मंजिल तक पहुँच के सियाने मनुख मंजिल तक पहुँचण वास्ते साधन का इस्तेमाल करते हैं, नहीं तो साधन मुड़ के किदे रह जाता है, आप किदे चले जाते हैं। पानी पीना होवे ते गिलास दा, कौले दा, बाटे दा इस्तेमाल किया जाता है कि खाली बाटा तत्तो पैर मुख नाल लाई रखने। जदों लोड़ पैंदी, प्यास लगदी, पानी वास्ते बाटा मुख नाल लांदा है। भोजन करन वास्ते थाली कौलियां अगे आंदियां ने, चमच अगे आंदा है। जदों भोजन छक लिया, कदे कोई देखिया बई कोई बंदा थाली चक के नाल नाल तुरिया फिरे? ये तो इको साडी कांछ है। जिन्ने भजन कर लिया वो इन्हां खाली भांडियां नूं नहीं इस्तेमाल करदा, वो कहंदा लै जाए असी भोजन कर लिया, भजन कर लिया, बंदगी कर ली। जद कते लोड़ पएगी ते आपे ही भोजन दे नाल भांडे भी आ जाणगे। असी भोजन तां छक लिया, भांडे भी छड्डण नूं तैयार नहीं। महाराज सच्ची सरकार कहंदे ने, जिन्हां ने बंदगी कीती उन्हां ने भांडा त्यागता है। भांडे का लालच नहीं किया बई भोजन छकाया, किसी ने उहदा भांडा भी रख लीए, इस भांडे विच किसी होर ने भी भोजन छकना होवेगा। महाराज सच्ची सरकार कहंदे उन्हां साधन नूं त्यागिया है, साधन ते असवार हो के साधना करके साधक प्रभु दे विच मिल जाना कीता है। महाराज कबीर साहब समझाउंदे ने, कहंदे सजना अखां दे मटकन जिन्ने समय विच तेरी आजू बतीत हुंदी जांदी, अखां जड़ियां झमकदे हैं ना, ये भी समा बसर हुंदा है। इहदे अंदर भी इहनूं निमख कहंदे, एक निमख ते 15 को निमख जेड़े इकट्ठे कर दईए एक चसा बन जाता है। 15 को चसियां दा जेड़ा है एक पल बन जाता है। 60 को पलों की एक घड़ी हुंदी है। 7.5 घड़ियां दा एक जेड़ा है पैर बन जाता है। 4 पैरां दा दिन हुंदा है, 4 पैरां दी रात हुंदी। ऐवें अगे गां वधदा जांदा काम। इन्ना बुरीकी दे विच जाके महाराज कहंदे इन्ना इन्ना समा करके तेरी आजू बसर हुंदी जा रही है, पर तेनू पता कोई नहीं लग्या। कहंदे उदों पता लग्या जदों जम ने आ करके ना और दमामा खड़का दिता, डंके ते चोट मार दी, चलन की तैयारी है चल, पर मन ने जंजाल नहीं छोड़िया, मन ने साधन नहीं छड्डिया, मन ने संसार नूं नहीं छड्डिया, इन्हें निरंकार नूं नहीं ग्रहण किया। उधर दी इहदी तैयारी कोई नहीं, संसार दीयां तैयारियां बड़ियां ने, पर निरंकार वाले पासे दी तैयारी कोई नहीं। जेड़े पासे दी तैयारी ना होवे बंदे दे मन विच घबराहट हुंदी है, मैं करांगा की। महाराज सच्चे पातशाह कहंदे मौत तो तां लोग घबराउंदे ने कि तन नूं त्यागन तो इन्हां दे पल्ले कख नहीं, ना जापे ना तापे ना पूजा है ना पाठ है ना पुण्य है ना दान है, कुछ भी पल्ले नहीं। तां घबराउंदे ने एक मोह दे जाल विच फसे। जिवें मछली जाल विच फसी हुई तड़फदी है ना, फटफटाउंदी है, ਐਵੇਂ ਮਨੁੱਖ ਦੀ ਹਾਲਤ ਹੈ। ਇਹ ਮੋਹ ਦੇ ਜਾਲ ਵਿੱਚ ਫਸੇ ਹੋਏ ਇੱਥੇ ਪੰਖ ਜੇ ਮਾਰਦੇ ਪਏ ਨੇ। ਮਹਾਰਾਜ ਸਾਹਿਬ ਕਹਿੰਦੇ ਸਜਣਾ ਇਹਦੇ ਚੋਂ ਬਾਹਰ ਨਿਕਲ, ਨਿਰੰਕਾਰ ਨੂੰ ਚਿਤਵ। ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਔਰ
ਜਿਹੜਾ ਭਗਵਾਨ ਹੈ ਨਾ, ਪਰਮਾਤਮਾ ਹੈ, ਵਾਹਿਗੁਰੂ ਹੈ, ਅੱਲਾ ਹੈ, ਖੁਦਾ ਹੈ, ਕਹਿੰਦੇ ਉਹ ਬ੍ਰਿਸ਼ ਰੂਪ ਹੈ, ਦਰਖਤ ਰੂਪ ਹੈ, ਤੇ ਉਹਦੇ ਵਿੱਚੋਂ ਜਿਹੜਾ ਬੈਰਾਗ ਉਪਜਣਾ, ਮਾਲਕ ਨੂੰ ਮਿਲਣ ਵਾਸਤੇ ਪ੍ਰੇਮ ਉਪਜਣਾ, ਦੁੱਖ ਪੈਦਾ ਹੋਣਾ ਕਿ ਮੈਂ ਵਿਛੜਿਆ, ਵਿਛੋੜੇ ਦਾ ਦੁੱਖ ਮਹਿਸੂਸ ਹੋਣਾ, ਮਹਾਰਾਜ ਕਹਿੰਦੇ ਉਹ ਬੈਰਾਗ ਇਹ ਹੋਣਾ, ਮਨ ਅੰਦਰ ਦੁੱਖ ਇਹ ਹੋਣਾ, ਪ੍ਰਭੂ ਤੋਂ ਵਿਛੜਿਆ, ਪ੍ਰਭ ਮੋਹੇ ਕਬ ਗਲ ਲਾਵੇਂਗੇ, ਕਦੋਂ ਪ੍ਰਭੂ ਆਉਣਗੇ, ਕਦੋਂ ਮੈਨੂੰ ਆਪਣੀ ਗਲ ਵਕੜੀ ਵਿੱਚ ਲੈਣਗੇ। ਮਹਾਰਾਜ ਕਹਿੰਦੇ ਇਸ ਕਰਕੇ ਗੁਰਮੁਖ ਦੇ ਨੇਤਰ ਸੇਜਲ ਹੋ ਜਾਂਦੇ ਨੇ। ਕਈ ਵਾਰ ਗੁਰਮੁਖ ਜਨ ਬਾਣੀ ਪੜ੍ਹਦੇ, ਇਤਿਹਾਸ ਦੀ ਵਿਚਾਰ ਕਰਦੇ, ਇਤਿਹਾਸ ਦੀ ਵਿਚਾਰ ਸੁਣਦੇ, ਗੁਰਬਾਣੀ ਦੀ ਵਿਚਾਰ ਕਰਦੇ, ਗੁਰਬਾਣੀ ਦੀ ਵਿਚਾਰ ਸੁਣਦੇ, ਉਹਨਾਂ ਦੇ ਨੇਤਰ ਸੇਜਲ ਹੋ ਜਾਂਦੇ ਨੇ। ਸਿਮਰਨ ਕਰਨ ਵਾਲਿਆਂ ਦੇ ਨੇਤਰ ਵੀ ਸੇਜਲ ਹੋ ਜਾਂਦੇ ਨੇ। ਮਹਾਰਾਜ ਦੇ ਬਚਨ ਨੇ, ਗੁਰਮੁਖ ਹੱਸੈ ਗੁਰਮੁਖ ਰੋਵੈ, ਗੁਰਮੁਖ ਰੋਂਦਾ ਵੀ ਹੈ, ਗੁਰਮੁਖ ਹੱਸਦਾ ਵੀ ਹੈ। ਹੱਸਦਾ ਹੈ ਜਦੋਂ ਪਰਮਾਤਮਾ ਮਿਲਦਾ ਹੈ, ਰੋਂਦਾ ਇਸ ਲਈ ਹੈ ਕਿਤੇ ਵਿਛੜਿਆ ਜਿੰਦ ਨਾ ਨਿਕਲ ਜਾਵੇ। ਉਦੋਂ ਪਹਿਲਾਂ ਪਹਿਲਾਂ ਪ੍ਰਭੂ ਦਾ ਲੜ ਪਕੜ ਲਵਾਂ, ਮੈਂ ਵਿਛੜਿਆ ਹੀ ਨਾ ਮਰ ਜਾਵਾਂ, ਜਨਮ ਵਿੱਚ ਪਾਂਗਾ, ਮਿਲ ਗਿਆ ਤੇ ਜਨਮ ਮਰਨ ਕੱਟਿਆ ਜਾਏਗਾ। ਰੋਂਦਾ ਹੈ, ਮਾਲਕ ਲਈ ਰੋਂਦਾ ਹੈ, ਮਾਲਕ ਮਿਲ ਜਾਏ। ਗੁਰਮੁਖ ਹੱਸੈ ਗੁਰਮੁਖ ਰੋਵੈ, ਗੁਰਮੁਖ ਜਿਹੜਾ ਹੈ ਉਹ ਹੱਸਦਾ ਹੈ, ਰੋਂਦਾ ਹੈ, ਫਿਰ ਉਹ ਕਰਦਾ ਹੈ ਸਾਈ ਭਗਤ ਹੋਵੇ, ਉਹ ਭਗਤੀ ਕਰਦਾ, ਬੰਦਗੀ ਕਰਦਾ ਹੈ। ਮਹਾਰਾਜ ਮੇਰ ਕਰਦੇ ਪਰਮਾਤਮਾ ਦੇ ਵਿੱਚੋਂ ਬੈਰਾਗ ਰੂਪ ਫਲ ਪੈਦਾ ਹੋਇਆ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਮਹਾਰਾਜ ਮਨ ਅੰਦਰ ਬੈਰਾਗ ਹੋਇਆ, ਦੁੱਖ ਹੋਇਆ ਤੇਰੇ ਵਿਛੋੜੇ ਦਾ, ਤੇ ਚਾਓ, ਚਾਅ, ਇਹ ਚਾਅ ਸ਼ਬਦ ਖੁਸ਼ੀ ਦਾ ਹੈ, ਵੀ ਬੜਾ ਚਾਅ ਚੜਿਆ ਬਈ ਅੱਜ ਫਲਾਣੇ ਨੂੰ ਮਿਲਣਾ, ਬੜਾ ਖੁਸ਼ ਹੈ। ਮਹਾਰਾਜ ਜਿੱਥੇ ਦੁੱਖ ਆ ਨਾ, ਦੁਖੀ ਇਸ ਕਰਕੇ ਤੂੰ ਮਿਲਿਆ ਨਹੀਂ, ਤੇ ਚਾਅ ਇਸ ਕਰਕੇ ਆ ਕਿ ਕਦਮ ਵੱਧਦੇ ਜਾ ਰਹੇ ਆ, ਦੂਰੀਆਂ ਮਿਟਦੀਆਂ ਜਾ ਰਹੀਆਂ, ਨਜ਼ਦੀਕੀਆਂ ਵੱਧਦੀਆਂ ਜਾ ਰਹੀਆਂ, ਤੂੰ ਮਿਲ ਜਾਣਾ ਹੈ, ਹੁਣ ਤੇਰਾ ਦੀਦਾਰ ਹੋਣਾ ਹੈ। 20 ਬਰਸਾਂ ਤੋਂ ਪੁੱਤਰ ਬਾਹਰ ਗਿਆ ਹੋਇਆ ਹੈ, ਔਰ ਮਾਂ ਉਡੀਕਦੀ ਆ, ਪਤਾ ਨਹੀਂ ਕਦ ਸਵਾਸ ਨਿਕਲ ਜਾਣ, ਕਿਤੇ ਪੁੱਤਰ ਆ ਜਾਵੇ, ਉਹਨੂੰ ਇੱਕ ਵਾਰੀ ਗਲ ਨਾਲ ਲਾ ਲਵਾਂ, ਇੱਕ ਵਾਰੀ ਛਾਤੀ ਨਾਲ ਲਾ ਲਵਾਂ, ਮੈਨੂੰ ਮਿਲ ਜਾਵੇ। ਉਹ ਪੁੱਤਰ ਭਾਵੇਂ ਜਿੰਦਾ ਹੈ, ਪੁੱਤਰ ਭਾਵੇਂ ਦੁਨੀਆ ਵਿੱਚ ਹੈ, ਪਰ ਹੈ ਦੂਰ ਹੈ, ਨਜ਼ਰਾਂ ਨਾਲ ਦਿਖਾਈ ਨਹੀਂ ਦਿੰਦਾ। ਉਹਦੇ ਬੋਲ ਸੁਣਾਈ ਦਿੰਦੇ ਪਰ ਨਜ਼ਰਾਂ ਨਾਲ ਦਿਖਾਈ ਨਹੀਂ ਦਿੰਦਾ। ਹੁਣ ਅੱਜ ਦਾ ਯੁੱਗ ਹੈ, ਫੋਨ ਤੇ ਗੱਲ ਹੁੰਦੀ ਹੈ ਨਾ, ਹੁਣ ਤਾਂ ਵੀਡੀਓ ਕਾਲ ਨਾਲ ਦਰਸ਼ਨ ਮੇਲੇ ਹੋ ਜਾਂਦੇ, ਪਹਿਲਾਂ ਨਹੀਂ ਸਨ। ਵੀ ਉਹਦਾ ਚਿਹਰਾ ਕਿਹੋ ਜਿਹਾ ਨਹੀਂ, ਕਈ ਵਾਰ ਨਦਾੜੀਆ ਜਾਂਦਾ ਤੇ ਜਿੰਨੇ ਨੂੰ ਆਉਣਾ ਅੱਧੀ ਕਰੜ ਬਰੜੀ ਦਾੜੀ ਹੋਈ ਹੁੰਦੀ ਸੀ। ਔਰ ਉਹਦੀਆਂ ਗੱਲਾਂ ਸੁਣੀਆਂ ਨੇ, ਮਾਂ ਦੇ ਮਨ ਅੰਦਰ ਦੁੱਖ ਹੈ। ਤੇ ਜਦੋਂ ਪੁੱਤਰ ਉਹ ਆਉਂਦਾ ਨਾ 20-25 ਸਾਲਾਂ ਬਾਅਦ, ਭਾਵੇਂ ਕਰੜ ਬੜੀ ਦਾੜੀ ਹੋਵੇ, ਤੇ ਮਾਂ ਨੂੰ ਚਾਅ ਚੜਿਆ ਹੁੰਦਾ, ਬਸ ਉੱਥੋਂ ਚੱਲ ਪਿਆ, ਬਸ ਹੁਣ ਦਿੱਲੀ ਉਤਰ ਗਿਆ, ਉੱਥੋਂ ਚੱਲ ਪਿਆ। ਮਾਂ ਉਹ ਉਧਰੋਂ ਚੱਲਦਾ ਹੈ ਤੇ ਮਾਂ ਇੱਕ ਇੱਕ ਉਹਦਾ ਕਦਮ ਗਿਣਦੀ ਆਉਂਦੀ ਆ, ਵੀ ਨੇੜੇ ਆ ਗਿਆ, ਨੇੜੇ ਆ ਗਿਆ, ਘਰੇ ਆ ਗਿਆ। ਪੁੱਤਰ ਨੂੰ ਵੇਖ ਕੇ ਨਾਲੇ ਗੱਲ ਨਾਲ ਲਾਉਂਦੀ, ਕਈ ਵਾਰ ਉੱਚੀ ਉੱਚੀ ਰੋਣ ਲੱਗ ਜਾਂਦੀ ਆ। ਉਹ ਚਾਅ ਮਿਲ ਗਿਆ ਹੈ, ਦੁੱਖ ਮਿਟ ਗਿਆ ਹੈ, ਔਰ ਉਹ ਚਿਰਾਂ ਤੋਂ ਮਿਲਿਆ ਜਿਹੜਾ ਹੈ ਨਾ, ਉਹਨੂੰ ਮਿਲ ਕੇ ਹਿਰਦਾ ਭਰ ਆਇਆ ਹੈ, ਕੰਠ ਭਰ ਆਇਆ ਹੈ। ਤਾਂ ਹੀ ਭਗਤ ਰਵਿਦਾਸ ਮਹਾਰਾਜ ਨੇ ਬਚਨ ਕਹੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੜਾ ਚਿਰ ਹੋ ਗਿਆ ਹੈ, ਦੀਦਾਰ ਹੁਣ ਹੋਇਆ ਹੈ, ਚੱਲੇ ਨੂੰ ਉਡੀਕਦੇ ਨੂੰ ਦੀਦਾਰ ਹੋਇਆ ਹੈ। ਮਹਾਰਾਜ ਕਹਿੰਦੇ ਉਹਦੇ ਵਿੱਚੋਂ ਬੈਰਾਗ ਪੈਦਾ ਹੋਇਆ ਹੈ, ਚਾਅ ਚੜਿਆ ਹੈ,
दर्शन देखने का चाओ, अंदर चाह बैराग विच चाओ आ, उस चाह नूं पूरा करन लई वैराग है, मिलाप लई वैराग है, ते मिल जाना ही चाओ आ उदा। महाराज मेहर करदे ने, छाया रूपी साध है, जेड़ी इस बिरछ परमात्मा दी छां है ना, वह साधना करन वाला साधु, वह संत, वह गुरसिख, जेड़ा जपन वाला, तिन्नां दे तिन्ने शब्द गुरसिख, साधु, संत, जपन वाले लिए पखंडी लीनी, ते तिन्नां दे रूप च ही पखंडी भी आ सकता है। तिन्नां दे ये नहीं कि संत ही कले ठग गया जी उन्हां लई महाराज ने, नहीं, वो बनारस लई विशेष शब्द आ। उत्थे पखंड कर्म कांड ज़्यादा सी, कर्म कांड नूं तक के किया सी, ते जेड़े वो जिन्हां दी अज ओहो जिही हालत है, ये उन्हां लिए सारियां लई नहीं, सारियां लई नहीं। जेड़े जपदे ने उन्हां नूं गुरु गलवकड़ी च लैंदा है, उन्हां ते गुरु दी मेहर वरतदी है, ओहदी आत्मा शांत है, हिरदा शांत है। वो साधु जन जेड़े रब दी छां आ, ते छां जेड़ी आ दरखत दी, ਉਹਦੇ ਕੋਲ ਪਸ਼ੂ ਆਵੇ, ਪੰਛੀ ਆਵੇ, ਪੁਰਿੰਦਾ ਆਵੇ, ਅਰਜੈਨੀ ਆਵੇ, ਬੋਧੀ ਆਵੇ, ਸਰੇਵੜਾ ਆਵੇ, ਸਾਈ ਆਏ, ਮੁਸਾਈ ਆਏ, ਉਹਨੇ ਆਪਣਾ ਕੰਮ ਕਰਨਾ ਹੈ ਨਾ। ਉਹਨੇ ਕਦੇ ਲੱਤ ਮਾਰੀ ਹੈ ਬਈ ਚੱਲ ਭਾਜਾ, ਤੂੰ ਨਹੀਂ ਮੇਰੇ ਧਰਮ ਦਾ ਹੈਗਾ, ਭਾਜਾ ਇੱਥੋਂ ਨਿਕਲ ਜਾ, ਮੈਂ ਤੂੰ ਐ ਕੀਤਾ, ਤੂੰ ਯੋਂ ਕੀਤਾ, ਕਦੇ ਨਹੀਂ ਨਿਸ਼ਾਨ ਦੀ। ਉਹ ਸਿੱਖ, ਉਹ ਸਾਧੂ, ਉਹ ਸੰਤ ਜਿਹੜਾ ਤੂੰ ਤੇ ਮੈਂ ਨੂੰ ਇਹ ਦੀਵਾਰ ਨੂੰ ਲੈ ਕੇ ਬੈਠਾ ਨਾ ਔਰ ਘਿਰਨਾ ਨਾਲ ਵੇਖਦਾ, ਇਹ ਤਾਂ ਜੈਨੀ ਹੈ, ਇਹ ਤਾਂ ਹਿੰਦੂ ਹੈ, ਇਹ ਤਾਂ ਮੁਸਲਮ ਹੈ, ਇਹ ਤਾਂ ਫਲਾਨਾ ਹੈ, ਇਹ ਤਾਂ ਢਿੰਗੜਾ ਹੈ, ਅਜੇ ਈਰਖਾ ਲੈ ਕੇ ਬੈਠਾ ਹੈ, ਉਹ ਸਾਧਨਾ ਵਾਲਾ ਨਹੀਂ ਬਣਿਆ। ਛਾਂ ਜਿਹੜੀ ਇਹ ਸਾਰਿਆਂ ਨੂੰ ਸਕੂਨ ਦਿੰਦੀ ਆ, ਗੁਰਸਿੱਖ, ਸਾਧੂ, ਸੰਤ ਸਾਰਿਆਂ ਨੂੰ ਕਲਾਵੇ ਵਿੱਚ ਲੈਂਦਾ ਹੈ, ਸਾਰਿਆਂ ਨੂੰ ਸ਼ਾਂਤ ਕਰਦਾ ਹੈ, ਠੰਡਕ ਦਿੰਦਾ ਹੈ। ਉਹ ਸਾਧੂ ਛਾਂ ਰੂਪੇ। ਮਹਾਰਾਜ ਕਿਹੜਾ ਸਾਧੂ ਛਾਂ ਰੂਪੇ? ਮਹਾਰਾਜ ਕਹਿੰਦੇ ਜਿਨ, ਜਿਨ੍ਹਾਂ ਨੇ, ਜਿਹੜੇ ਗੁਰਸਿੱਖ ਨੇ, ਜਿਹੜੇ ਸਾਧੂ ਨੇ, ਜਿਹੜੇ ਸੰਤ ਨੇ ਤਜਿਆ, ਤਿਆਗਿਆ ਕਿ ਬਾਦ ਵਿਵਾਦ, ਲੜਾਈਆਂ ਝਗੜੇ ਵਿਅਰਥ, ਫਜ਼ੂਲ, ਧਰਮ ਦੇ ਨਾਂ ਤੇ ਲੜਾਈਆਂ ਨਹੀਂ ਜੀ, ਮੇਰਾ ਗੁਰੂ ਕਹਿੰਦਾ ਤੇ ਆ ਸੱਚ, ਮੈਂ ਨਹੀਂ ਮੰਨਦਾ, ਤੇਰੇ ਵਾਲਾ ਤਾਂ ਐ ਸੀ, ਦੂਜੇ 'ਚ ਨਹੀਂ। ਸੱਜਣਾ, ਜੇ ਤੇਰਾ ਬਾਪੂ ਬਾਪੂ ਹੈ ਤੇ ਉਹਦਾ ਬਾਪੂ ਵੀ ਤਾਂ ਬਾਪੂ ਹੀ ਹੈ, ਤੂੰ ਇਹ ਕਿਵੇਂ ਕਹਿ ਸਕਦਾ ਹੈ? ਠੀਕ ਹੈ, ਉਹਨੇ ਕੋਈ ਚੰਗੇ ਗੁਣ ਘੱਟ ਕੀਤੇ ਹੋਣਗੇ, ਤੇਰੇ ਬਾਪੂ ਨੇ ਕੋਈ ਚੰਗੇ ਕਰਮ ਵੱਧ ਕਰ ਦਿੱਤੇ, ਚੰਗੀਆਂ ਗੱਲਾਂ ਵੱਧ ਕਰ ਦਿੱਤੀਆਂ। ਕਦੇ ਵੀ ਗੁਰਸਿੱਖ ਸੰਤ ਰੱਬ ਦਾ ਪਿਆਰਾ ਰਹਿਬਰੀ ਦੁਨੀਆ 'ਚ ਕਿਸੇ ਨੂੰ ਨਿੰਦਦਾ ਨਹੀਂ। ਨਿੰਦੇਗਾ ਉਹ ਜਿਹਦੀ ਛਾਂ ਨਹੀਂ, ਕੇਵਲ ਆਪਣਿਆਂ ਲਈ, ਦੂਜਿਆਂ ਲਈ ਔਰ ਕੰਡੇ ਨੇ, ਉਹ ਨਿੰਦੇਗਾ। ਜਿਹਦੇ ਮਨ ਅੰਦਰ ਈਰਖਾ ਦੇ ਕੰਡੇ ਨੇ, ਨਹੀਂ ਤਾਂ ਉਹ ਕਹੇਗਾ ਉਹ ਆਪਣਾ ਸਮਾਂ ਨਿਭਾ ਗਏ, ਇਹਨਾਂ ਆਪਣੀ ਸਿੱਖਿਆ ਦੇ ਦਿੱਤੀ। ਹੁਣ ਸਕੂਲ ਦੇ ਅੰਦਰ ਔਰ ਹਰ ਪੀਰੀਅਡ 'ਤੇ ਜਿਹੜਾ ਹੈ ਔਰ ਟੀਚਰ ਬਦਲ ਕੇ ਆਉਂਦਾ ਹੈ। ਆਪਣਾ ਸਮਾਂ ਉਹਦਾ ਘੰਟਾ ਹੋਵੇ, ਅੱਧਾ ਘੰਟਾ ਹੋਵੇ, ਉਹਨੇ ਲਾ ਕੇ ਚਲੇ ਜਾਣਾ, ਦੂਜਾ ਆ ਗਿਆ, ਇੰਗਲਿਸ਼ ਵਾਲਾ ਆ ਗਿਆ, ਹਿੰਦੀ ਵਾਲਾ ਆ ਗਿਆ, ਹਿੰਦੀ ਵਾਲਾ ਆ ਗਿਆ, ਮੈਥ ਵਾਲਾ ਆ ਗਿਆ, ਔਰ ਬਦਲ ਕੇ ਆਇਆ ਨਾ। ਹੁਣ ਉੱਥੇ ਕੋਈ ਇਹ ਕਹੇ ਨਹੀਂ ਜਿਹੜਾ ਪੰਜਾਬੀ ਵਾਲਾ ਹੈ ਮੈਂ ਤਾਂ ਪੰਜਾਬੀ ਨੂੰ ਲਾਇਕ ਕਰਨਾ ਹੈ, ਇਹੀ ਸਹੀ ਹੈ, ਬਾਕੀ ਬੇਵਕੂਫ ਜਾਇਲ ਨੇ, ਤੇ ਮੂਰਖਤਾ ਨਹੀਂ ਗਈ, ਹੋਰ ਕੀ ਆ। ਜਾਂ ਹੁਣ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ ਕੋਈ, ਉਹਦਾ ਤਾਂ ਬੜਾ ਸਤਿਕਾਰ ਕਰੇ। ਇੱਕ ਪਹਿਲੀ ਕਲਾਸ ਕਾਇਦਾ ਪੜਾਉਣ ਵਾਲਾ ਟੀਚਰ ਹੈ, ਉਹਦਾ ਨਿਰਾਦਰ ਕਰੇ। ਸਿਆਣਪ ਕਿਹੜੀ ਗੱਲ ਦੀ ਆ? ਕਿੱਡਾ ਕੋ ਸਿਆਣਾ ਹੈ? ਉਹਦੀ ਆਪਣੀ ਯੋਗਤਾ ਹੈ, ਉਹਦੀ ਆਪਣੀ ਯੋਗਤਾ ਹੈ। ਉਹ ਵੀ ਟੀਚਰ ਹੈ, ਉਹ ਵੀ ਵਿਦਿਆ ਵੰਡ ਰਿਹਾ ਹੈ, ਉਹ ਵੀ ਵਿਦਿਆ ਵੰਡ ਰਿਹਾ ਹੈ, ਉਹ ਵੀ ਭਲਾ ਕਰ ਰਿਹਾ ਹੈ, ਪੜਾ ਕੇ ਅਗਿਆਨ ਨਾਸ਼ ਕਰ ਰਿਹਾ ਹੈ, ਉਹ ਵੀ ਅਗਿਆਨ ਨਾਸ਼ ਕਰ ਰਿਹਾ ਹੈ। ਦੋਨਾਂ ਦਾ ਰੁਤਬਾ ਛੱਡ ਦਿਓ, ਦੋਨੇ ਹੀ ਬਰਾਬਰ ਨੇ।
ਉਹ ਵੀ ਅਗਿਆਨ ਨਾਸ਼ ਕਰਦਾ। ਅਸੀਂ ਮਾਪਦੇ ਉਹ ਸੰਤ ਬੜਾ ਵੱਡਾ, ਉਹ ਗੁਰਸਿੱਖ ਬੜਾ ਵੱਡਾ, ਈਰਖਾ ਦੇ ਕੰਡੇ ਸਾਨੂੰ ਚੁੱਭਦੇ ਨੇ। ਭਲਾ ਜਿਹੜਾ ਕਰਦਾ ਹਰ ਕੋਈ ਕਰਦਾ ਹੈ। ਕੋਈ ਪਹਿਲੀ ਕਲਾਸ 'ਤੇ ਬੈਠਾ ਹੈ ਪੜ੍ਹਾਉਣ ਵਾਲਾ, ਪਹਿਲਾਂ ਅੱਖਰ ਸਿੱਧੇ ਕਰਾਉਣ ਵਾਲਾ ਹੈ, 2 ਅੱਖਰ ਅਗਰ ਇੱਕ ਯਾਦ ਰੱਖਣਾ, ਜੇ ਪਹਿਲੀ ਕਲਾਸ ਵਾਲਾ ਟੀਚਰ ਨਾ ਹੋਵੇ PhD ਕੋਈ ਨਹੀਂ ਜੇ ਕਰਦਾ। ਪਹਿਲੀ ਕਲਾਸ ਵਾਲਾ ਊੜਾ ਐੜਾ ABC ਕਹਿ ਖੈ ਨਾ ਸਮਝਾਵੇ ਤੇ ਬਾਕੀ ਦੇ ਅੱਖਰ ਕਿੱਥੋਂ ਸਮਝ ਆਉਣਗੇ? ਇੱਥੋਂ ਹੀ ਕੰਮ ਚੱਲਦਾ ਹੈ ਨਾ। ਜੇ ਪਹਿਲੀ ਵਾਲਾ ਹੈ ਸੀ ਤੇ PhD ਵਾਲਾ ਹੈ, ਅਗਰ ਉਹ ਹੀ ਖਤਮ ਕਰ ਦਿਓਗੇ ਤੇ ਦੂਜੇ ਆਪੇ ਹੀ ਹੋ ਜਾਣਗੇ। ਨਿਰੰਕਾਰ ਨੇ ਸਾਰੇ ਸੰਸਾਰ ਨੂੰ ਸੁਧਾਰਕ ਭੇਜੇ ਨੇ। ਨਿੱਜੀ ਜੀਵਨ ਕਿਸੇ ਦਾ ਕਿਹੋ ਜਿਹਾ ਹੋ ਸਕਦਾ ਹੈ? ਕਿਸੇ ਨੇ ਘੁਮਾ ਕੇ ਗੱਲ ਆਪਣੇ ਤੇ ਲਿਆ ਕੇ ਰੱਖ ਦਿੱਤੀ, ਪਰ ਉਹਨੇ ਵੀ ਕੁਝ ਨਾ ਕੁਝ ਚੰਗਾ ਸਵਾਰਿਆ ਹੈ। ਕਿਸੇ ਨੇ ਆਪਣੇ ਨਾਲੋਂ ਤੋੜ ਕੇ ਨਿਰੰਕਾਰ ਨਾਲ ਸਿੱਧਾ ਜੋੜ ਦਿੱਤਾ ਹੈ। ਸਤਿਗੁਰੂ ਸਾਹਿਬਾਨਾਂ ਨੇ ਮੰਦਾ ਨਹੀਂ, ਮਹਾਰਾਜ ਕਹਿੰਦੇ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਉਹ ਸਾਧੂ ਹੈ, ਉਹ ਗੁਰਸਿੱਖ ਹੈ, ਉਹ ਸੰਤ ਹੈ, ਜਿਹਨੇ ਲੜਾਈਆਂ ਝਗੜੇ ਧਰਮ ਦੇ ਨਾਂ ਤੇ, ਧਾਰਮਿਕਤਾ ਦੇ ਨਾਂ ਤੇ ਛੱਡ ਦਿੱਤੇ ਨੇ। ਸਾਰਿਆਂ ਨੂੰ ਸਕੂਨ ਦਿੰਦਾ ਹੈ, ਸਕੂਨ ਵੰਡਦਾ ਹੈ, ਸ਼ਾਂਤੀ ਵੰਡਦਾ ਹੈ, ਧਰਮਾ ਵੰਡਦਾ ਹੈ, ਟਿਕਾਊ ਵੰਡਦਾ ਹੈ। ਜਿਹਨੇ ਈਰਖਾ ਵੰਡੀ ਔਰ ਉਹ ਐਸਾ ਨਹੀਂ, ਉਹ ਗੁਰੂ ਨੂੰ ਵੀ ਪਿਆਰਾ ਨਹੀਂ। ਕਿਤੇ ਗੁਰੂ ਕਾਲ ਦਾ ਇਤਿਹਾਸ ਪੜ੍ਹ ਕੇ ਵੇਖੋ। ਵੈਸੇ ਤਾਂ ਸਾਡੀ ਨਕਾਰਤਕ ਬਿਰਤੀ ਹੁੰਦੀ ਜਾ ਰਹੀ ਇਤਿਹਾਸ ਤੋਂ। ਜਿੰਨਾ ਚਿਰ ਇਤਿਹਾਸ ਪੜ੍ਹਦੇ ਨਹੀਂ ਨਾ ਤੇ ਸਾਨੂੰ ਇਹ ਪਤਾ ਨਹੀਂ ਲੱਗਦਾ ਸਤਿਗੁਰਾਂ ਨੇ ਸਰਗੁਣਤਾ ਵਿੱਚ ਭਗਤਾਂ ਨੇ, ਸਿੱਖਾਂ ਨੇ, ਸਤਿਗੁਰਾਂ ਨੇ ਔਰ ਕਿਵੇਂ ਵਿਚਰਨਾ ਕੀਤਾ ਹੈ। ਉਹਨਾਂ ਚਿਰ ਪਤਾ ਨਹੀਂ ਲੱਗਣਾ। ਸਤਿਗੁਰੂ ਨੇ ਸਭਨਾਂ ਨੂੰ ਕਲਾਵੇ ਵਿੱਚ ਲਿਆ ਹੈ, ਸਾਰਿਆਂ ਨੂੰ, ਔਰ ਜਿਹੜਾ ਸੀ ਪਖੰਡਵਾਦ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਸਾਰਿਆਂ ਨੂੰ ਸਕੂਨ ਦਿੱਤਾ ਹੈ, ਸਾਰਿਆਂ ਨੂੰ ਠਰਮਾ ਦਿੱਤਾ ਹੈ। ਮਹਾਰਾਜ ਨੇ ਕਿਹਾ ਸੀ ਸਿੱਖ ਵੀ ਐਸਾ ਹੋਵੇ, ਸਾਧੂ ਵੀ ਐਸਾ ਹੋਵੇ, ਸੰਤ ਵੀ ਐਸਾ ਹੋਵੇ। ਖੈਰ ਮੈਂ ਸੰਖੇਪ 'ਚ ਅਰਜ਼ ਕਰਾਂ। ਮਹਾਰਾਜ ਕਹਿੰਦੇ ਉਹਨੇ ਆਪਣੇ ਅੰਦਰੋਂ ਲੜਾਈਆਂ ਝਗੜੇ ਵਿਅਰਥ ਫਜ਼ੂਲ ਛੱਡ ਦਿੱਤੇ ਨੇ, ਤਿਆਗ ਦਿੱਤੇ ਨੇ। ਮਹਾਰਾਜ ਕਹਿੰਦੇ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ। ਜਿੰਨੇ ਬੀਜ ਨੇ ਤਕਰੀਬਨ ਸੰਸਾਰ ਦੇ ਅੰਦਰ, ਔਰ ਉਹ ਸਾਰੇ ਦੇ ਸਾਰੇ ਛਮਾਹੀ ਨੇ, ਔਰ ਕੋਈ ਵੀ 12 ਮਹੀਨੇ ਫਲ ਨਹੀਂ ਦਿੰਦਾ। 6 ਮਹੀਨੇ ਉਹ ਫਸਲ ਬੀਜੀ ਆ ਔਰ ਫਿਰ ਉਹ ਫਲੀ ਭੂਤ ਹੁੰਦੀ। ਉਦੋਂ ਬਾਅਦ ਆਪਣੇ ਆਪ ਹੀ ਉਹਦੇ ਰਸ ਫਿੱਕਾਪਨ ਆਉਣ ਲੱਗ ਜਾਂਦਾ ਉਹਦੇ ਵਿੱਚ। ਫਿਰ ਦੂਜੀ ਫਸਲ ਆ ਗਈ, ਦੂਜੀ ਸਬਜ਼ੀ ਆ ਗਈ, ਦੂਜੇ ਫਰੂਟ ਆ ਗਏ। ਔਰ ਇਸੇ ਤਰ੍ਹਾਂ ਮਹਾਰਾਜ ਸਾਹਿਬ ਕਹਿੰਦੇ ਨੇ ਅਦਲਾ ਬਦਲੀਏ, ਪਰ ਤੂੰ ਐਸਾ ਬੀਜ ਬੋ ਜਿਹੜਾ 12 ਮਹੀਨੇ ਫਲੀ ਭੂਤ ਹੁੰਦਾ ਰਹੇ ਤੇ ਰਸ ਦਿੰਦਾ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਿਹੜਾ ਬੀਜ ਬੋਵਾਂ? ਉਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਕਹਿਣ ਲੱਗੇ ਨਾਮ ਦਾ ਬੀਜ ਪਾ। ਇਹ ਛਮਾਹੀ ਵੀ ਨਹੀਂ, ਇਹ ਜਦੋਂ ਵੀ ਜਪੇਗਾ ਉਦੋਂ ਹੀ ਵੱਧਦਾ ਹੈ, ਵੱਧਦਾ ਹੈ। ਜਿਵੇਂ ਵੰਡੇਗਾ ਵੱਧਦਾ ਹੈ। ਇਹ ਛਮਾਹੀ ਵੀ ਚੱਲੇਗਾ, ਨੌਮਾਹੀ ਵੀ ਚੱਲੇਗਾ, 12 ਮਹੀਨੇ ਵੀ ਚੱਲੇਗਾ, 12 ਸਾਲ ਵੀ ਚੱਲੇਗਾ। ਜਪੀ ਚੱਲ, ਜਿੰਨਾ ਜਪੇਗਾ। ਮਹਾਰਾਜ ਸਾਹਿਬ ਕਹਿੰਦੇ ਐਸਾ ਬੀਜ ਨਾਮ ਦਾ ਬੋ। ਇੱਕ ਤਾਂ ਬਾਹਰ ਦੀ ਧਰਤੀ 'ਚ ਬੋਂਦਾ ਪਿਆ ਸੀ, ਉਹਨੂੰ ਕਿਹਾ ਅੰਦਰ ਬੋ, ਹਿਰਦੇ ਦੀ ਧਰਤੀ ਦੇ ਅੰਦਰ ਬੋ। 5 ਕਰਮ ਇੰਦਰੇ, 5 ਗਿਆਨ ਇੰਦਰੇ, 10 ਇੱਕ ਮਨ ਤੇ ਬੁੱਧ, 12 ਹੋ ਗਏ ਨਾ। ਇਹਨਾਂ ਦੇ ਵਿੱਚ ਬੋ ਬੀਜ ਨੂੰ, ਇਹ ਤੇਰੇ ਪਵਿੱਤਰਤਾ ਵਿੱਚ ਆਉਣ, ਇਹਦੇ ਵਿੱਚ ਨਾਮ ਦਾ ਬੀਜ ਪਾ। ਇਹ 12 ਮਹੀਨੇ ਜਿਹੜਾ ਹੈ ਨਾ ਫਲੀ ਭੂਤ ਹੀ ਹੁੰਦਾ ਰਹੇਗਾ, ਸਕੂਨ ਹੀ ਵੰਡਦਾ ਰਹੇਗਾ, ਹਰ ਵਕਤ ਸ਼ਾਂਤੀ ਕਰਦਾ ਰਹੇਗਾ, ਹਰ ਵਕਤ ਭਲਾ ਕੁੰਨ ਬਚਨ ਕਰਦਾ ਰਹੇਗਾ, ਦੁਨੀਆ ਦਾ ਭਲਾ ਕਰਦਾ ਰਹੇਗਾ। ਜੇ ਤੇਰੇ ਹਿਰਦੇ ਅੰਦਰ ਨਾਮ ਹੋਇਆ, ਜਦੋਂ ਅਗਿਆਨ ਹੋਇਆ, ਇਹ ਤੀਲੀ ਲਾ ਕੇ ਸਾਰਿਆਂ ਨੂੰ ਫੂਕਣ ਤੇ ਤੁੱਲ ਜਾਵੇਗਾ। ਮਹਾਰਾਜ ਸਾਹਿਬ ਕਹਿੰਦੇ ਐਸਾ ਬੀਜ ਬੀਜ ਤੇ ਫਿਰ ਕੀ ਹੋਵੇਗਾ? ਸ਼ੀਤਲ ਛਾਇਆ, ਸ਼ੀਤਲ ਮੈਨਾ ਠੰਡਾ ਹੁੰਦਾ, ਛਾਇਆ ਮੈਨਾ ਛਾਂ ਹੁੰਦੀ ਹੈ।
ਉਹਦੀ ਛਾਂ ਵੀ ਠੰਡੀ ਹੋਏਗੀ, ਉਹਦੀ ਸੰਗਤ ਵੀ ਸਕੂਨਦਾਇਕ ਹੋਏਗੀ, ਉਹਦੇ ਨਾਲ ਮਿਲਣਾ ਵੀ ਸਕੂਨਦਾਇਕ ਹੋਏਗਾ, ਉਹਦੇ ਨਾਲ ਵਚਨੋਂ ਬਿਲਾਸ ਕਰਨਾ ਵੀ ਸਕੂਨਦਾਇਕ ਹੋਏਗਾ। ਮਹਾਰਾਜ ਕਹਿੰਦੇ ਫਿਰ ਐਸਾ ਹੋਏਗਾ ਗਹਿਰ ਫਲ, ਤੇ ਫਲ ਜਿਹੜਾ ਆ ਬਹੁਤ ਗਹਿਰ ਸੰਘਣੇ ਲੱਗੇ ਹੋਣਗੇ ਉਹਨੂੰ, ਜਿਹੜੇ ਸੁੱਖਾਂ ਦੇ, ਅੰਦਰ ਦੇ, ਲੋਕ ਦੇ, ਪਰਲੋਕ ਦੇ, ਔਰ ਉਹ ਉਹਨੂੰ ਫਲ ਲੱਗਣਗੇ। ਤੇ ਪੰਖੀ ਕੇਲ ਕਰੰਤ ਜੀਵਾਂ ਰੂਪੀ ਪੰਛੀ ਇਸ ਛਾਂ ਤੇ ਐਸੇ ਆਨੰਦਤ ਬਿਰਸ਼ ਦੇ ਨਾਲ ਜੁੜ ਕੇ ਬੈਠ ਕੇ ਆਨੰਦਤ ਹੋਣਗੇ, ਕੇਲਾਂ ਕਰਨਗੇ, ਆਨੰਦ ਦੇ ਸਹਿਤ ਹੋਣਗੇ, ਖੇੜੇ ਦੇ ਸਹਿਤ ਹੋਣਗੇ। ਔਰ ਕੇਲ ਦਾ ਅਰਥ ਕਲੋਲ ਵੀ ਹੁੰਦਾ, ਕੇਲ ਦਾ ਅਰਥ ਆਨੰਦ ਵੀ ਹੁੰਦਾ। ਇੱਥੇ ਇਹਦਾ ਅਰਥ ਹੈ ਆਨੰਦ। ਤੇ ਜਿੱਥੇ ਆ ਨਾ ਬਾਬਾ ਫਰੀਦ ਸਾਹਿਬ ਜੀ ਦਾ ਸ਼ਲੋਕ ਕੇਲ ਕਰੰਦੇ ਹੰਝ ਨੂੰ ਅਚਿੰਤੇ ਬਾਜ ਪਏ, ਉੱਥੇ ਆ ਕਲੋਲਾਂ, ਰੱਬ ਨੂੰ ਭੁੱਲ ਕੇ ਜਿਹੜੀਆਂ ਕਰਦਾ। ਇੱਥੇ ਕੇਲ ਦਾ ਅਰਥ ਹੈ ਆਨੰਦਤ, ਸਹਿਤ ਆਨੰਦ ਦੇ ਹੋਇਆ। ਉਹ ਆਨੰਦ ਹੀ ਆਨੰਦ ਬਚਨ ਕਰਦੇ ਨੇ, ਸੰਗ ਕਰਦਾ ਹੈ, ਬੋਲ ਕਰਦੇ ਨੇ। ਮਹਾਰਾਜ ਕਹਿੰਦੇ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ। ਮਹਾਰਾਜ ਕਬੀਰ ਸਾਹਿਬ ਕਹਿੰਦੇ ਜਿਹੜਾ ਦਾਤਾ ਹੈ ਨਾ, ਅਕਾਲ ਪੁਰਖ ਵਾਹਿਗੁਰੂ ਜਿਹਦੇ ਤੋਂ ਅਸੀਂ ਮੰਗਦੇ ਹਾਂ, ਜਿਹੜਾ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜਿਹਨੂੰ ਮਹਾਰਾਜ ਕਹਿੰਦੇ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ ਅਗੰਤ ਭਰੇ ਭੰਡਾਰ। ਉਹ ਦਾਤਾ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਦਾਤਾ ਤਰਵਰ, ਜਿਹੜਾ ਦਾਤਾਂ ਦੇਣ ਵਾਲਾ ਹੈ ਨਾ, ਦਾਤਾ। ਜਿਵੇਂ ਬ੍ਰਿਸ਼ ਫਲ ਦਿੰਦਾ ਹੈ ਨਾ, ਉਹ ਲੈਂਦਾ ਕੁਝ ਨਹੀਂ ਆਪਣੇ ਤੋਂ, ਦਿੰਦਾ ਹੈ। ਪਰਮਾਤਮਾ ਵਾਹਿਗੁਰੂ ਔਰ ਅਕਾਲ ਪੁਰਖ ਵਾਹਿਗੁਰੂ ਦਾਤਾਰ ਜਿਹੜਾ ਹੈ, ਔਰ ਉਹ ਸਾਨੂੰ ਦਿੰਦਾ ਹੈ, ਲੈਂਦਾ ਨਹੀਂ। ਉਹ ਬ੍ਰਿਸ਼ ਤਰਵਰ ਬ੍ਰਿਸ਼ ਹੈ। ਔਰ ਕਹਿੰਦੇ ਉਹਨੂੰ ਦਇਆ ਦਾ ਫਲ ਲੱਗਦਾ ਹੈ। ਦਇਆ ਦਾ ਫਲ ਉਹਦੇ ਕੋਲ ਆਵੇਗਾ, ਤੇਰੇ ਹਿਰਦੇ 'ਚ ਦਇਆ ਆਵੇਗੀ। ਜਿਹਦੇ ਦਇਆ ਆਵੇਗੀ ਧਰਮ ਆਵੇਗਾ। ਦਇਆ ਫਲ ਸਜਣਾ ਤੇਰੇ ਜੀਵਨ ਨੂੰ ਉਹਦਾ ਸੰਗ ਕਰਕੇ ਦਇਆ ਫਲ ਲੱਗੇ, ਤੇਰੇ ਅੰਦਰ ਦਇਆ ਜਿਹੜੀ ਉਹ ਫਲੀਭੂਤ ਹੋਵੇ, ਤੂੰ ਦਇਆ ਕਰਨ ਵਾਲਾ ਹੋਵੇਂ। ਦਇਆ ਜਿਹੜੀ ਆ ਧਰਮ ਵਾਲੇ ਪਾਸੇ ਦਾ ਪਹਿਲਾ ਕਦਮ, ਪਹਿਲਾ ਸਟੈਪੇ ਧੌਲ ਧਰਮ ਦਇਆ ਕਾ ਪੂਤ। ਧਰਮੀ ਹੋਣਾ ਹੈ ਤੇ ਪਹਿਲਾਂ ਦਇਆ ਚਾਹੀਦੀ। ਕੁਦਇਆ ਵਾਲਾ ਆਦਮੀ ਜਿਹੜਾ ਹੈ ਕਦੇ ਧਰਮੀ ਨਹੀਂ ਹੋ ਸਕਦਾ। ਮਹਾਰਾਜ ਸਾਹਿਬ ਕਹਿੰਦੇ ਆ ਉਪਕਾਰੀ ਜੀਵੰਤ। ਤੇ ਜਿਹੜੇ ਆ ਨਾ ਬ੍ਰਿਸ਼, ਉਹ ਕੱਲਾ ਮਨੁੱਖਾਂ ਤੇ ਉਪਕਾਰ ਨਹੀਂ ਕਰਦੇ, ਉਹ ਪੰਛੀਆਂ ਤੇ ਵੀ ਕਰਦੇ। ਪੰਛੀ ਆਉਂਦੇ ਆ, ਉਹਨਾਂ ਦੇ ਫਲ ਖਾ ਜਾਂਦੇ ਆ, ਆਪਾਂ ਹੀ ਹੋਕਰਾਂ ਮਾਰਦੇ ਨਾ, ਕਿਉਂ ਆਪਾਂ ਵੇਚਣੇ ਹੁੰਦੇ ਆ। ਤੇ ਦਰਖਤ ਨੇ ਵੇਚਣੇ ਨਹੀਂ, ਉਹਨੇ ਤਾਂ ਖਵਾਉਣੇ। ਕਦੇ ਦਰਖਤ ਨੇ ਹੋਕਰ ਮਾਰੀ ਆ ਕਿਸੇ ਵੀ ਪੰਛੀ ਨੂੰ? ਨਹੀਂ ਨਾ ਮਾਰਦਾ। ਬੱਕਰੀ ਆਵੇ ਉਹਦੇ ਪੱਤੇ ਖਾ ਜਾਵੇ, ਮੱਝ ਗਾਂ ਆਵੇ ਉਹਦੇ ਨਾਲ ਘਸੀਟ ਜਾਵੇ, ਉਹਦਾ ਟਾਹਣਾ ਭੰਨ ਜਾਵੇ, ਉਹਦੇ ਪੱਤੇ ਖਾ ਜਾਵੇ, ਉਹਨੇ ਕਦੇ ਕਿਹਾ ਇਹ ਕੰਮ ਸਾਡੇ ਲਈ ਹੈ, ਅਸੀਂ ਕਰਦੇ ਹਾਂ ਨਾ। ਉਹ ਨਾ ਤਾਂ ਪਸ਼ੂਆਂ ਦੇ ਨਾ ਪਰਿੰਦਿਆਂ ਦੇ ਕੋਈ ਲਾਲਚ, ਉਹ ਉੱਥੇ ਬੈਠ ਕੇ ਜਿੰਨਾ ਖਾ ਗਏ ਔਰ ਬਾਕੀ ਉਹਨਾਂ ਉਡਾਰੀ ਮਾਰ ਜਾਣੀ ਕੱਲ ਹੀ। ਨਹੀਂ, ਇਹ ਤਾਂ ਸਾਡਾ ਹੀ ਸੁਭਾਅ ਬਣਿਆ। ਅਸੀਂ ਗੁਰਦੁਆਰੇ ਜਾਈਏ, ਮੰਦਰ ਮਸਜਿਦ ਜਾਈਏ, ਸਮਾਗਮ 'ਚ ਜਾਈਏ, ਲਿਫਾਫਾ ਕੱਛ ਚਲ ਜਾਣਾ ਹੈ ਬਈ ਇੱਧਰੋਂ ਵੀ ਪਾ ਦੇ, ਇੱਧਰੋਂ ਵੀ ਪਾ ਦੇ, ਘਰੇ ਲਿਜਾਵਾਂਗੇ, 2 ਦਿਨ ਖਾਵਾਂਗੇ। ਇਹ ਨਹੀਂ ਗੁਰੂ ਕਾ ਲੰਗਰ ਉੱਥੇ ਬੈਠ ਕੇ ਛਕਾ ਲਈਏ। ਇਹ ਤਾਂ ਸਾਡੀ ਬਿਰਤੀ ਬਣੀ ਹੋਈ ਆ, ਪੰਛੀਆਂ ਦੀ ਨਹੀਂ, ਪਸ਼ੂਆਂ ਦੀ ਨਹੀਂ। ਕਦੇ ਮੱਝ ਗਾਂ ਵੇਖਿਆ ਕਿਸੇ ਦੇ ਖੇਤ 'ਚ ਵੜਦੇ ਤੇ ਉੱਥੋਂ ਪੰਡ ਬੰਨ੍ਹ ਕੇ ਸਿਰ ਤੇ ਚੱਕੀ ਆਵੇ ਬਈ ਕੱਲ ਨੂੰ ਖਾ ਲਾਂਗੇ? ਕੋਈ ਵੇਖਿਆ ਪੰਛੀ ਬਈ ਉਹ ਜਿਹੜਾ ਹੈ ਫਲ ਚੱਕ ਕੇ ਲੈ ਜਾਂਦਾ ਹੋਵੇ, ਕੱਲ ਨੂੰ ਆਲਣੇ 'ਚ ਬਹਿ ਕੇ ਆਰਾਮ ਨਾਲ ਖਾਵਾਂਗੇ? ਸਾਡੀ ਬਿਰਤੀ ਬਣੀ ਹੋਈ ਆ। ਮਹਾਰਾਜ ਸਾਹਿਬ ਕਹਿੰਦੇ ਉਪਕਾਰੀ ਜੀਵੰਤ, ਉਹ ਜੀਵਾਂ ਤੇ ਉਪਕਾਰ ਕਰਦਾ ਹੈ, ਪੌਦਾ ਵੀ ਕਰਦਾ ਹੈ, ਸੰਤ ਵੀ ਕਰਦਾ ਹੈ, ਗੁਰਸਿੱਖ ਵੀ ਕਰਦਾ ਹੈ। ਉਹਦਾ ਮਤਲਬ ਇਹ ਨਹੀਂ ਕਿ ਸਾਡੇ ਇਲਾਕੇ ਦਾ ਪੰਛੀ ਹੈ, ਇਹ ਜਿਹੜਾ ਪ੍ਰਵਾਸੀ ਪੰਛੀ ਆ ਇਹਦੇ ਨਾਲ ਨਹੀਂ, ਇਹਨੂੰ ਨਹੀਂ ਫਲ ਦੇਣਾ, ਇਹਨੂੰ ਛਾਂ ਨਹੀਂ ਦੇਣੀ। ਸੰਤ ਗੁਰ ਸਿੱਖ ਸਾਧੂ ਉਹਦੇ ਅੰਦਰ ਦੀ ਇਹ ਬਿਰਤੀ ਨਹੀਂ। ਉਹਦੇ ਕੋਲ ਕੋਈ ਆਵੇ, ਕੋਈ ਸੁਣੇ, ਕੋਈ ਜਪੇ, ਉਹ ਸਾਰਿਆਂ ਨੂੰ ਉਪਦੇਸ਼ ਦਿੰਦਾ ਹੈ।
ਪੰਖੀ ਚੱਲੇ ਦਿਸਾਵਰੀ, ਕਹਿੰਦੇ ਜਿਹੜੇ ਪੰਛੀ ਉੱਡਣ ਲੱਗੇ ਰੱਜ ਕੇ ਉੱਥੋਂ, ਤੇ ਕਹਿਣ ਲੱਗੇ ਬਿਰਖਾ ਸੁਫਲ ਫੁਲੰਤ, ਤੇ ਬਿਰਸ਼ ਨੂੰ ਕਹਿੰਦੇ ਬਿਰਸ਼ਾ ਤੂੰ ਵੱਧਦਾ ਰਹੇ, ਫਲ ਦਿੰਦਾ ਰਹੇ, ਸਾਡੇ ਵਰਗੇ ਅਨੇਕਾਂ ਆਉਂਦੇ ਖਾ ਜਾਣ। ਤੇ ਮਨੁੱਖ ਦੇ ਮਨ ਵਿੱਚ ਐਡੀ ਈਰਖਾ, ਮੈਂ ਵੇਖਿਆ ਕਈਆਂ ਨੂੰ, ਉਹਨਾਂ ਫਲਦਾਰ ਬੂਟੇ ਲੱਗੇ ਉਹਨਾਂ ਨੂੰ ਪਹਿਲਾਂ ਵੱਢਣਗੇ। ਆ ਕਸ਼ਮੀਰ ਦਾ ਜਦੋਂ ਹੋਇਆ ਨਾ ਕਾਂਡ, ਹੁਣ ਉੱਥੇ ਜਿੰਨੇ ਚੰਗੀ ਨਸਲ ਦੇ ਸਿਓ ਸੀ, ਤੇ ਇਹਨਾਂ ਨੇ ਜਰਵਾਣਾਪਨ ਹਿਰਦੇ 'ਚ ਧਾਰਨ ਕਰਕੇ ਕਸ਼ਮੀਰ ਦੇ ਅੰਦਰ ਕਸ਼ਮੀਰੀਆਂ ਦੇ ਸਿਆਂ ਦੇ ਬੂਟੇ ਜਿਹੜੇ ਵੱਢ ਵੱਢ ਕੇ ਢੇਰ ਲਾਤੇ। ਦੱਸੋ ਉਹਨਾਂ ਦਾ ਕੀ ਮਤਲਬ ਸੀ? ਜਦੋਂ ਤੁਸੀਂ ਰਿਆਸਤ 'ਤੇ ਕਬਜ਼ਾ ਕਰ ਲਿਆ, ਉਹਨਾਂ ਨੂੰ ਕਿਉਂ ਵੱਢਦੇ ਹੋ? ਮਨੁੱਖ ਜੇ ਨੂੰ ਪਤਾ ਲੱਗੇ ਨਾ ਇੱਥੇ ਦੂਜੇ ਨੇ ਆ ਕੇ ਫਲ ਖਾ ਲੈਣੇ ਆ, ਇਹ ਉਹ ਦਰਖਤ ਨੂੰ ਹੀ ਵੱਢ ਦਿੰਦਾ, ਪੇਡਾ ਹੀ ਵੱਢ ਦਿੰਦਾ। ਕਮ ਸੇ ਕਮ ਇਹ ਤਾਂ ਨਾ ਖਾਊ, ਮੈਂ ਤਾਂ ਚੱਲਿਆ, ਇਹਦੀ ਛਾਂ ਇਹ ਤਾਂ ਨਾ ਮਾਨੂ। ਮਨੁੱਖ ਦੀ ਹਾਲਤ ਐਸੀ ਏ, ਪੰਛੀਆਂ ਦੀ ਦੁਨੀਆ ਵਿੱਚ ਨਹੀਂ, ਉਹ ਕਿਸੇ ਹੋਰ ਦਿਸ਼ਾ ਨੂੰ ਚੱਲੇ ਤੇ ਜਾਂਦੇ ਕਹਿੰਦੇ ਆ ਤੇਰਾ ਵੀਰਾ ਧੰਨਵਾਦ ਹੀ, ਤੂੰ ਸਾਨੂੰ ਫਲ ਖਵਾਇਆ, ਛਾਂ ਦਿੱਤੀ। ਅਸੀਂ ਤਾਂ ਇੰਨੇ ਨਾ ਸ਼ੁਕਰੇ ਹਾਂ, ਮੈਨੂੰ ਬਖਸ਼ ਦੇ ਆ ਜੇ, ਅਸੀਂ ਬਿਰਸ਼ ਦਾ, ਫਲ ਦਾ, ਫੁੱਲ ਦਾ ਧੰਨਵਾਦ ਕਿਧਰੇ ਰਿਹਾ। ਅਸੀਂ ਤਾਂ ਗੁਰੂ ਦਾ ਨਹੀਂ ਕਰਦੇ ਜਿਹਨੇ ਸਭ ਕੁਝ ਦੇ ਦਿੱਤਾ ਤੇ ਸਾਡੇ ਲਈ ਸਾਰਾ ਕੁਝ ਵਾਰ ਦਿੱਤਾ ਹੈ। ਅਸੀਂ ਗੁਰੂ ਦਾ ਵੀ ਸ਼ੁਕਰਾਨਾ ਨਹੀਂ ਕਰਦੇ, ਅਸੀਂ ਆਪਦੇ ਆਪ ਦਾ ਹੀ ਕੀਤੀ ਜਾਂਦੇ, ਮੈਂ ਬੜਾ ਸਿਆਣਾ, ਮੈਂ ਬੜਾ ਕੀਤਾ। ਮਹਾਰਾਜ ਸਾਹਿਬ ਕਹਿੰਦੇ ਨਹੀਂ ਸੱਜਣਾ, ਉਹ ਰੱਬ ਦੇ ਪਿਆਰੇ ਨੇ, ਕਹਿੰਦੇ ਗੁਰੂ ਰੂਪ ਬ੍ਰਿਸ਼ ਮਿਲਿਆ, ਇਹਨੇ ਆਨੰਦਦਾਇਕ ਫਲ ਦਿੱਤੇ, ਇਹਦਾ ਉਹ ਫਲ ਮਿਲਿਆ ਜਿਹੜਾ ਫਲ ਖਾ ਕੇ ਤਾਕਤ ਆਈ, ਤੇ ਅੱਜ ਬ੍ਰਹਮ ਲੋਕ ਨੂੰ, ਬ੍ਰਹਮ ਦੇ ਵਿੱਚ ਅਭੇਦ ਹੋਣ ਜਾ ਰਹੇ ਆ। ਗੁਰੂ ਰੂਪ ਸਤਿਗੁਰੂ ਤੇਰਾ ਵੀ ਧੰਨਵਾਦ, ਜੇ ਤੂੰ ਨਾ ਹੁੰਦਾ, ਗੁਰੂ ਨਾ ਹੁੰਦਾ, ਤੇ ਮੈਂ ਬ੍ਰਹਮ ਵਿੱਚ ਅਭੇਦ ਨਹੀਂ ਸੀ ਹੋਣਾ। ਅੱਜ ਗੁਰੂ ਦੀ ਬਦੌਲਤ ਤੇ ਉਹ ਗੁਰੂ ਨੂੰ ਵੀ ਵਾਰ-ਵਾਰ ਨਮਸਕਾਰ ਕਰਕੇ ਸੰਸਾਰ ਤੋਂ ਉਡਾਰੀ ਮਾਰਦੇ ਨੇ, ਗੁਰੂ ਅੱਗੇ ਝੁਕਦੇ ਹੋਏ। ਮਹਾਰਾਜ ਕਹਿੰਦੇ ਉਹ ਵੀ ਨਾ ਸ਼ੁਕਰੇ ਨੇ ਜਿਹੜੇ ਖਾਂਦੇ ਗੁਰੂ ਦਾ ਹੈ, ਹਾਜ਼ਰੀ ਕਿਸੇ ਹੋਰ ਦੀ ਭਰਦੇ ਆ। ਮਾਲਵੇ ਦਾ ਇੱਕ ਮੁਹਾਵਰਾ ਹੈ, ਜਿਹਦੀ ਖਾਈਏ ਬਾਜਰੀ ਤੇ ਉਹਦੀ ਭਰੀਏ ਹਾਜ਼ਰੀ। ਅਸੀਂ ਖਾਣੇ ਗੁਰੂ ਦਾ ਹੈ ਤੇ ਜੈ ਜੈਕਾਰ ਹੋਰਨਾਂ ਦੀ ਕਰਦੇ ਆ, ਸ਼ੁਕਰਾਨਾ ਅਦਾ ਹੋਰ ਦਾ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਤੂੰ ਗੁਰੂ ਦਾ ਸ਼ੁਕਰ ਕਰ, ਜਿਹਨੇ ਤੇਰਾ ਲੋਕ ਵੀ ਸਵਾਰਨਾ ਹੈ ਤੇ ਪਰਲੋਕ ਵੀ ਸਵਾਰਨਾ ਹੈ, ਉਹਦੇ ਨਾਲ ਜੁੜ। ਮਹਾਰਾਜ ਕਹਿੰਦੇ ਕਬੀਰ ਸਾਧੂ ਸੰਗ ਪ੍ਰਾਪਤੀ, ਲਿਖਿਆ ਹੋਏ ਲਲਾਟ। ਮਹਾਰਾਜ ਸਾਹਿਬ ਕਹਿੰਦੇ ਜਿਹੜਾ ਸਾਧੂ ਦੀ ਸੰਗਤ ਮਿਲਣੀ, ਗੁਰਸਿੱਖ ਦੀ ਸੰਗਤ ਮਿਲਣੀ, ਸੰਤ ਜਨ ਦੀ ਸੰਗਤ ਮਿਲਣੀ, ਗੁਰੂ ਸੰਗਤ ਦੀ ਪ੍ਰਾਪਤੀ ਹੋਣੀ, ਜਿਹੜੀ ਸੰਗਤ ਵਿੱਚ ਗੁਰੂ ਦਾ ਵਾਸ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਔਰ ਜਿਹੜੀ ਸੰਗਤ ਵਿੱਚ ਆਪ ਇਕੱਤਰ ਹੁੰਦੇ ਹੋ ਗੁਰੂ ਦੇ ਕੋਲ ਆ ਕੇ, ਮਹਾਰਾਜ ਕਹਿੰਦੇ ਉਹਨੂੰ ਪ੍ਰਾਪਤੀ ਹੁੰਦੀ ਹੋ ਜਿਹਦੇ ਮਸਤਕ ਦੇ ਭਾਗ ਸਵਲੜੇ ਹੋਣ, ਲਿਖੇ ਲੇਖ ਉਦੇ ਹੋ ਜਾਣ, ਜਿਨ੍ਹਾਂ ਦੇ ਲਿਲਾਟ ਮਸਤਕ ਦੇ ਭਾਗ ਸਵਲੜੇ ਉਭਰ ਆਉਣ, ਉਹਨਾਂ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਆ। ਇੱਥੇ ਆ ਕੇ ਦੁਰਮਤ ਖਤਮ ਹੁੰਦੀ ਆ। ਜਦੋਂ ਪ੍ਰਾਪਤ ਹੁੰਦੀ ਆ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਸ਼ ਹੈ, ਜਿਨ ਹਰ ਨਾਮ ਹਿਰਦੈ ਪਰੋਈ। ਉਹਨਾਂ ਦੀ ਧੂੜੀ ਸਤਿਗੁਰੂ ਵੀ ਕਹਿੰਦੇ ਨੇ ਕਿ ਮੈਨੂੰ ਮਿਲ ਜਾਵੇ, ਉਹਨਾਂ ਦੇ ਚਰਨਾਂ ਦੀ ਸੇਵਾ ਮਿਲ ਜਾਏ, ਜਿਨ੍ਹਾਂ ਨੇ ਦੁਰਮਤ ਗਵਾ ਦਿੱਤੀ। ਅੰਦਰ ਦੁਰਮਤ, ਭੈੜੀ ਮੱਤ, ਕੁਮੱਤ, ਔਰ ਬਾਹਰੋਂ ਦਿਖਾਵਾ ਕੁਝ ਹੋਰ, ਉਹਨਾਂ ਦੀ ਧੂੜੀ ਨਹੀਂ ਜੇ ਮੰਗਦਾ। ਮੈਨੂੰ ਪਤਾ ਬਈ ਮੇਰਾ ਮਨ ਕਿਹੋ ਜਿਹਾ, ਮੈਂ ਜਾਣਦਾ ਬਈ ਕਿੰਨਾ ਕੁ ਮੈਂ ਗੁਰਸਿੱਖ ਹਾਂ, ਤੇ ਜੇ ਮੈਂ ਜਾਣਦਾ ਤੇ ਆਪਣੀ ਆਪਣੀ ਹਾਲਤ ਆਪਾਂ ਸਾਰੇ ਹੀ ਜਾਣਦੇ ਹਾਂ। ਬਈ ਮੈਨੂੰ ਪਤਾ ਵੀ ਮੈਂ ਕਿੰਨੇ ਕੁ ਬਾਬਿਆਂ ਦੀ ਹਾਜ਼ਰੀ ਭਰਦਾ, ਤੇ ਕਿੰਨੀਆਂ ਕੁ ਮੜੀਆਂ ਮਸਾਣੀਆਂ ਪੂਜਦਾ ਹੈ, ਤੇ ਕਿੰਨਿਆਂ ਕੁ ਤੋਂ ਜੋਤਿਸ਼ ਲੈਣਾ, ਕਿੰਨਿਆਂ ਤੋਂ ਲਿਆ ਕੇ ਤਾਗੇ ਤਵੀਤ ਬੰਨ੍ਹਦਾ ਹੈ, ਇਹ ਮੈਨੂੰ ਪਤਾ ਹੈ ਨਾ। ਤੇ ਜੇ ਮੈਨੂੰ ਪਤਾ, ਸਾਰਿਆਂ ਨੂੰ ਪਤਾ ਹੈ, ਤੇ ਫਿਰ ਇਹ ਆਪਣੇ ਆਪਣੇ ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਲੈਣਾ ਸੀ ਗੁਰਸਿੱਖਾਂ ਕਿ ਗੁਰੂ ਤੋਂ ਬਗੈਰ ਸੱਚੀ ਨਹੀਂ ਜਾਂਦੇ। ਮੈਂ ਤਾਂ ਤੁਹਾਡੇ ਸਾਹਮਣੇ ਕਹਿ ਦਿਆਂਗਾ, ਮੈਂ ਤਾਂ ਜੀ ਕਥਾਵਾਚਕ, ਮੈਂ ਤਾਂ ਗੁਰਸਿੱਖੀ ਦੇ ਵਿੱਚ ਆਂ ਜੀ, ਓਤ ਪੋਤ ਆਂ ਜੀ, ਮੈਂ ਤਾਂ ਕਿਤੇ ਪਾਸੇ ਜਾਂਦਾ ਹੀ ਨਹੀਂ। ਹੁਣ ਇਹ ਤਾਂ ਮੈਨੂੰ ਤਾਂ ਪਤਾ ਹੈ ਨਾ, ਮੈਂ ਧੋਖਾ ਕਿਹਨੂੰ ਦੇ ਰਿਹਾ।
ਗੁਰੂ ਨੂੰ ਜਾਂ ਆਪਣੇ ਆਪ ਨੂੰ? ਮਹਾਰਾਜ ਕਹਿੰਦੇ ਸੱਚੀ ਮੁੱਚੀ ਗੁਰੂ ਅੱਗੇ ਅਰਦਾਸ ਕਰ, ਗੁਰੂ ਤੇਰੇ ਤੇ ਕਿਰਪਾ ਕਰੇ, ਸੱਚੀ ਮੁੱਚੀ ਤੂੰ ਗੁਰਮਤੀਆ ਹੋ ਜਾਵੇਂ। ਮਹਾਰਾਜ ਕਹਿੰਦੇ ਮਸਤਕ ਦੇ ਭਾਗ ਲਲਾਰ ਜਦੋਂ ਹੋ ਜਾਣ, ਜਬ ਲੋ ਭਾਗ ਲਲਾਰ ਨਹੀਂ ਉਦੈ, ਜਿੰਨਾ ਚਿਰ ਉਦੈ ਹੋਏ ਨਹੀਂ, ਪ੍ਰਗਟ ਹੋਏ ਨਹੀਂ, ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ। ਭੱਟ ਕਹਿੰਦੇ ਨੇ ਉਹਨਾਂ ਚਿਰ ਭਟਕਦੇ ਫਿਰੇ, ਸੰਗਤ ਨਹੀਂ ਮਿਲੀ। ਜਿੱਦਣ ਭਾਗ ਸਵਲੜੇ ਉਦੇ ਹੋ ਗਏ, ਉਦਣ ਸਾਧੂ ਦੀ ਸੰਗਤ, ਸਤ ਸੰਗਤ, ਸਤਿਗੁਰੂ ਦੀ ਸੰਗਤ ਪ੍ਰਾਪਤ ਹੋ ਗਈ। ਤੇ ਜਦੋਂ ਸੰਗਤ ਪ੍ਰਾਪਤ ਹੋ ਗਈ, ਫਿਰ ਮੁਕਤ ਪਦਾਰਥ ਪਾਈਏ। ਮੁਕਤੀ ਦਾ ਪਦਾਰਥ, ਮੁਕਤੀ ਜਿਹੜੀ ਹੈ ਫੇਰ ਪ੍ਰਾਪਤ ਹੁੰਦੀ ਆ। ਜਿੰਨਾ ਚਿਰ ਮਨੁੱਖ ਸੰਗਤ ਵਿੱਚ ਨਹੀਂ ਆਉਂਦਾ, ਗੁਰੂ ਨਹੀਂ ਧਿਆਉਂਦਾ, ਮਤਾਂ ਕਹੀ ਜਾਏ ਮੈਂ ਮੁਕਤ ਹੋ ਜਾਵਾਂਗਾ। ਮਹਾਰਾਜ ਕਹਿੰਦੇ ਮੁਕਤ ਪਦਾਰਥ ਪਾਈਏ, ਪ੍ਰਾਪਤ ਹੋਏਗਾ। ਠਾਕ ਨਾ ਅਵਕਟ ਘਾਟ, ਸੱਜਣਾ ਤੇਰੇ ਮੁਕਤ ਹੋਣ ਵਿੱਚ ਜਿਹੜੇ ਕਾਮ ਕ੍ਰੋਧ ਆਦਿ ਵਿਕਾਰ, ਦੁਰਾਚਾਰ, ਬਦ ਫੈਲੀਆਂ, ਈਰਖਾ, ਦ્વੈਸ਼ ਹੈ ਨਾ, ਇਹ ਕਦੇ ਵੀ ਤੇਰੇ ਮੁਕਤੀ ਦੇ ਵਿੱਚ, ਤੇਰੇ ਤੇ ਬ੍ਰਹਮ ਦੇ ਵਿੱਚ ਅਭੇਦ ਹੋਣ ਵਿੱਚ ਕਦੇ ਵੀ ਠਾਕ ਰੋਕ ਨਹੀਂ ਪਾ ਸਕਣਗੇ। ਜੇ ਤੂੰ ਸੱਚੀ ਮੁੱਚੀ ਅੰਦਰੋਂ ਵੀ ਉਹ ਆ ਤੇ ਬਾਹਰੋਂ ਵੀ ਉਹ ਆ। ਜੇ ਮੇਰੀ ਤਰ੍ਹਾਂ ਬਾਹਰੋਂ ਤਾਂ ਕਥਾ ਕਰੀ ਜਾਂਦਾ, ਅੰਦਰੋਂ ਪਤਾ ਨਹੀਂ ਕਿਹਦੀ ਹਾਜ਼ਰੀ ਭਰੀ ਜਾਂਦਾ ਹੈ, ਉਹਨੂੰ ਇਹਨਾਂ ਨੇ ਜਕੜ ਲੈਣਾ ਜੇ, ਉਹਨੂੰ ਨਹੀਂ ਜੇ ਅੱਗੇ ਜਾਣ ਦੇਣਾ, ਉਹਦਾ ਨਹੀਂ ਜੇ ਇਹਨਾਂ ਵਿਕਾਰਾਂ ਬਦ ਫੈਲੀਆਂ ਨੇ ਪ੍ਰਭੂ ਨਾਲ ਮਿਲਾਪ ਹੋਣ ਦੇਣਾ। ਮਿਲਾਪ ਉਸੇ ਦਾ ਹੋਵਣਾ ਜੇ ਗੁਰ ਸੰਗਤ ਜੀ, ਜਿਨ੍ਹਾਂ ਨੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਕੀਤਾ, ਉਹਦੀ ਗੁਰੂ ਬਾਂਹ ਪਕੜਦਾ ਜੇ। ਨਹੀਂ ਤਾਂ ਮਹਾਰਾਜ ਕਹਿੰਦੇ ਜਿਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕੱਚਿਆ। ਜਿਨ੍ਹਾਂ ਨੇ ਮੁਖ ਵਿੱਚ ਮੇਰੀ ਤਰ੍ਹਾਂ ਕਥਾ ਹੈ, ਬਾਣੀ ਹੈ, ਬੜੇ ਬੜੇ ਵੱਡੇ ਵੱਡੇ ਬੋਲ ਕਰਦੇ ਨੇ, ਬਚਨ ਕਰਦੇ ਨੇ, ਔਰ ਮਹਾਰਾਜ ਸਾਹਿਬ ਕਹਿੰਦੇ ਅੰਦਰ ਕੁਝ ਹੋਰ ਏ, ਸੇ ਕਾਂਢੇ ਕੱਚਿਆ। ਉਹ ਕੱਚੇ ਨੇ, ਉਹ ਕੱਚੇ ਦੀ ਕੋਈ ਬੁਨਿਆਦ ਨਹੀਂ, ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਤੇ ਝੱਟ ਵੀ ਨਹੀਂ ਤੇ ਪਲ ਵੀ ਨਹੀਂ। ਉਹ ਅੱਜ ਵੀ ਥੜਕਿਆ ਤੇ ਕੱਲ ਵੀ ਥੜਕਿਆ। ਮਹਾਰਾਜ ਸਾਹਿਬ ਕਹਿੰਦੇ ਜਿਹੜਾ ਪੱਕਾ ਹੈ ਨਾ, ਉਹ ਕਦੇ ਨਹੀਂ ਥੜਕਦਾ। ਤਾਂ ਹੀ ਮਹਾਰਾਜ ਨੇ ਬਚਨ ਕੀਤੇ, ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ। ਓਏ ਜੀਵਨ ਦੇ ਵਿਛੜੇ ਕੱਚੇ, ਓਏ ਮੋਇਆ ਨਾ ਜਾਈ ਛੋੜ। ਜਿਹੜੇ ਪੱਕੇ ਨੇ ਉਹ ਮਰਨ ਪਰਯੰਤ ਵੀ ਨਹੀਂ ਛੱਡਦੇ, ਉਹ ਜਿਉਂਦੇ ਜੀ ਸਾਥ ਛੱਡ ਜਾਂਦੇ ਆ। ਗੁਰੂ ਜਿਉਂਦੇ ਜੀ ਵੀ ਸਾਥ ਜੀਵ ਦਾ ਦਿੰਦਾ ਹੈ ਤੇ ਮਰਨ ਪਰਯੰਤ ਵੀ, ਔਰ ਆਤਮਾ ਪਰਮਾਤਮਾ ਵਿੱਚ ਬ੍ਰਹਮ ਵਿੱਚ ਲੀਨਤਾ ਹਾਸਲ ਕਰ ਲੈਂਦੀ ਹੈ। ਸਤਿਗੁਰੂ ਕਿਰਪਾਲਤਾ ਕਰਨ, ਸਾਨੂੰ ਪੜ੍ਹਨ ਸੁਣਨ ਵਾਲਿਆਂ ਨੂੰ ਸਮਤ ਦਾ ਦਾਨ ਬਖਸ਼ਿਸ਼ ਕਰਨ, ਸਾਡਾ ਆਇਆ ਸਫਲਾ ਹੋ ਸਕੇ। ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਸਾਹਿਬ ਦੇ ਬਚਨ ਜਾਣ ਕੇ ਗੁਰੂ ਕੀ ਸਾਧ ਸੰਗਤ ਨੇ ਹਿਰਦਿਆਂ ਅੰਦਰ ਵਸਾਵਣਾ। ਦਾਸ ਨੂੰ ਆਪ ਸੰਗਤ ਦਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦਾ ਕੁੱਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਸਾਹਿਬ ਦੇ ਚਰਨਾਂ ਅੰਦਰ ਅਰਦਾਸ ਕਰੀਏ, ਸ਼ਾਮਲ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।